ਤੇ ਸੰਨ 'ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ ਦੋ ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹਿ ਤੇ ਸਾਡੇ ਮੱਥੇ ਨਾ ਲੱਗੀ, ਥੱਲੇ ਰਹੋ। ਮੁੰਡਾ ਐਨ ਧਿਆਨ ਵਿੱਚ ਪਾਸ ਕਿਹੜਾ ਹੋਵੇਗਾ? ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਉਹ, ਕਿ ਜਿਹਨੂੰ ਤੁਸੀਂ ਮੱਥੇ ਨਹੀਂ ਲਾਇਆ ਉਹ? ਕੋਈ ਇੱਧਰ ਵੀ ਦੱਸ ਕਿਹੜਾ ਪਾਸ? ਜਿਹੜਾ ਕੋਲ ਬੈਠ ਕੇ ਪੜ੍ਹਦਾ ਉਹੀ ਨਾ। ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਸਾਡੇ ਮੱਥੇ ਨਹੀਂ ਲੱਗ ਸਕਦੀ, ਮੇਰੀ ਪੂਜਾ ਨਹੀਂ ਕਰ ਸਕਦੀ, ਉਹਨੂੰ ਬੇਹਸਤ ਨੂੰ ਕੌਣ ਭੇਜੂ? ਮਰਦ ਤਾਂ ਪੁੱਜ ਗਿਆ। ਇੱਕ ਗੁਰੂ ਕਾ ਦਾਰਾ ਜਿਹਦੇ ਚ ਲਿਖਿਆ ਨਰ ਮਨੁੱਖਾਂ ਨੂੰ ਏਕ ਨਿਧਾਨਾ, ਗੁਰਬਾਣੀ ਦੀ ਪੰਕਤੀ ਹੈ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਾਂਝਾ ਖਜ਼ਾਨਾ ਦਿੱਤਾ। ਜੇ ਅੰਮ੍ਰਿਤ ਪੀਣਾ ਤੇ ਜਿੱਥੇ ਅੰਮ੍ਰਿਤ ਪਿਆਉਣ ਲੱਗਾ ਮੈਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਘਰ ਵਾਲੀ ਨੂੰ ਇਹੀ ਕਹਿਣਾ। ਉੱਥੇ ਇਹ ਨਹੀਂ ਕਹਿਣਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਵਾਹਿਗੁਰੂ ਜੀ ਕੀ ਫਤਿਹ, ਇਹ ਹੈ ਨਹੀਂ, ਉੱਥੇ ਫਤਿਹ ਹੀ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਹ ਤਾਂ ਹੈ ਧਾਰਮਿਕ ਪੱਖ ਤੋਂ ਸੂਖਮ ਜਿਹਾ ਤੁਹਾਨੂੰ ਦੱਸਿਆ। ਰਾਜਨੀਤੀ ਪੱਖ ਤੋਂ 1947 10 ਅਕਤੂਬਰ ਨੂੰ ਪਟੇਲ ਦੀ ਸਪੀਚ ਹੈ। ਉਹਨੇ ਕਿਹਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਭਾਵੇਂ ਬਹੁਤ ਨੀਵਾਂ ਅੱਖਰ ਹੈ, ਪਰ ਜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਅੱਗੇ ਲਿਖਿਆ ਮੰਨੇ ਤਾਂ ਹੈ ਨਾ, ਚਲੋ ਜਰਾਇਮ ਪੇਸ਼ੇ ਮੰਨੇ ਹੈ। ਤੇ ਜੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਮੰਨੋ ਵੱਖਰੀ ਕੌਮ ਹੈ। ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤੇ ਵੱਖਰੇ ਨਹੀਂ, ਤੇ ਲਿਖੋ ਹਿੰਦੂ ਜਰਾਇਮ ਪੇਸ਼ਾ ਕੌਮ ਹੈ। ਜਾਂ ਤਾਂ ਹਿੰਦੂ ਜਰਾਇਮ ਪੇਸ਼ਾ ਕੌਮ ਲਿਖੋ ਜੇ ਹਿੰਦੂਆਂ ਦਾ ਕੰਗ ਸਿੱਖ, ਤੇ ਜੇ ਅੰਗ ਨਹੀਂ ਤੇ ਵੱਖਰੇ ਆ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਲਿਖੋ ਵੱਖਰੇ ਹੈ। ਹਰ ਅਖਬਾਰ ਇਸ਼ਤਿਹਾਰ ਵਿੱਚ ਆਉਂਦਾ ਸਿੱਖ ਅੱਤਵਾਦੀ, ਕਦੇ ਲਿਖਿਆ ਪੜ੍ਹਿਆ ਹਿੰਦੂ ਅੱਤਵਾਦੀ? ਸਾਰੀ ਦੁਨੀਆ ਦੇ ਅਖਬਾਰ 'ਚ ਵਿਖਾਓ। ਤੇ ਜੇ ਹਿੰਦੂ ਸਿੱਖ ਅੱਤਵਾਦੀ ਹੈ, ਜੇ ਸਿੱਖ ਅੱਤਵਾਦੀ ਹੈ ਤੇ ਲਿਖੋ ਸਿੱਖ ਵੱਖਰੀ ਕੌਮ ਹੈ। ਤੇ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਤੇ ਲਿਖੋ ਹਿੰਦੂ ਅੱਤਵਾਦੀ ਹੈ। ਹਾਂਜੀ, ਟੈਨ ਦੁਲਕਰ ਤੇ ਲਿਖਣ ਵਾਲਾ ਟੈਨ ਦੁਲਕਰ 20 ਭਾਗਾਂ ਵਿੱਚ ਅੰਗਰੇਜ਼ੀ ਦੀ ਕਿਤਾਬ ਛਾਪੀ ਹੈ। ਉਹਦੇ 7ਵੇਂ ਭਾਗ ਵਿੱਚ 374 ਅੰਗ ਤੇ ਮਹਾਤਮਾ ਗਾਂਧੀ ਦਾ ਬਿਆਨ ਪੜ੍ਹ ਲਿਓ, ਜਿਹਨੇ ਲਿਖਿਆ कि हम हिंदुस्तान में 3 कौमों को मान्यता देते हूँ, हिंदू मुस्लिम और सिख। ये उन्हें लिखिया। ते ट्रगल शायद ਉਹਦਾ ਨਾਂ किताब ਦਾ इंडियन ट्रगल वजदी, ਉਹ ट्रगल खन की नाम विसर गया, ट्रगल। ਉਹਦੇ 309 अंग ਤੇ ਸੁਭਾਸ਼ ਚੰਦਰ ਬੋਸ ਦੀ ਲਿਖੀ ਹੈ। ਉਹਦੇ 'ਚ ਲਿਖਿਆ ਗਿਆ ਹੈ ਮਹਾਤਮਾ ਗਾਂਧੀ ਬਾਰੇ ਵੀ ਤੇ ਹੋਰਨਾਂ ਲੀਡਰਾਂ ਬਾਰੇ ਵੀ, ਕਿ ਸਿੱਖ ਇੱਕ ਕੌਮ ਹੈ ਹਿੰਦੁਸਤਾਨ ਵਿੱਚ, ਹੈ ਨੀ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਅੰਗਰੇਜ਼ਾਂ ਦੇ ਟਾਈਮ ਵਿੱਚ ਸਿੱਖ ਨੂੰ ਵੋਟ ਪਾਉਂਦਾ ਸੀ, ਹਿੰਦੂ ਨੂੰ ਪਾਉਂਦਾ ਸੀ, ਮੁਸਲਮਾਨ ਨੂੰ ਪਾਉਂਦਾ ਸੀ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਤਿਰੰਗਾ ਝੰਡਾ 3 ਕੌਮਾਂ ਦੀ ਥਿਊਰੀ ਤੇ ਬਣਿਆ। ਤੇ ਜਦੋਂ ਝੰਡਾ ਮਾਰਚ ਹੋਣਾ ਸੀ ਜਿਸ ਵੇਲੇ, ਤੇ ਅੱਗੇ ਮਸ਼ੀਨ ਗਨਾਂ ਬੀੜੀਆਂ ਗਈਆਂ ਸੀ, ਤਾਂ ਉਸ ਵੇਲੇ ਪਟੇਲ, ਮੋਤੀ ਲਾਲ ਤੇ ਮਹਾਤਮਾ ਗਾਂਧੀ ਇਹਨਾਂ ਨੇ ਕਿਹਾ ਵੀ ਹੁਣ ਅੱਗੇ ਮਸ਼ੀਨ ਗਨਾਂ ਬੀੜੀਆਂ ਤੇ ਝੰਡਾ ਮਾਰਚ ਕਰਨਾ, ਅੱਗੇ ਕਿਹਨੂੰ ਲਾਈਏ? ਕਹਿੰਦੇ ਜੀ ਸਿੱਖ ਸਾਰਿਆਂ ਤੋਂ ਬਹਾਦਰ ਹੈ। ਬਾਬਾ ਖੜਕ ਸਿੰਘ ਜੀ ਨਾਲ ਸੀ, ਉਹ ਆਪਣੇ ਵੱਲੋਂ ਸੀ ਨਾ ਉਸ ਵੇਲੇ ਪ੍ਰਧਾਨ ਜਥੇਦਾਰ। ਤਾਂ ਉਹਨਾਂ ਨੂੰ ਕਿਹਾ ਜੀ ਤੁਸੀਂ ਅੱਗੇ ਲੱਗੋ। ਉਹ ਕਹਿੰਦੇ ਬੈਠੋ ਆਪਾਂ ਇੱਕ ਵਾਰ ਸਾਫ਼ ਕਰ ਲਈਏ ਵੀ ਆਹ ਜਿਹੜਾ ਝੰਡਾ ਇਹ ਝੰਡੇ ਦੇ ਥੱਲੇ ਰਹਿਣ ਵਾਸਤੇ ਆਪਾਂ ਹਿੰਦੁਸਤਾਨੀਆਂ ਨੇ ਪਰਨ ਕੀਤਾ। ਉੱਪਰ ਜਿਹਦਾ ਰੰਗ ਉਹ ਅੱਗੇ ਲੱਗ ਜਾਓ, ਜਿਹਦਾ ਵਿਚਾਲੇ ਰੰਗ ਉਹ ਵਿਚਾਲੇ ਲੱਗ ਜਾਓ, ਥੱਲੇ ਰੰਗ ਉਹ ਪਿੱਛੇ ਲੱਗ ਜਾਓ। ਚਿੱਟਾ ਰੰਗ ਉੱਪਰ ਸੀ, ਚਿੱਟੇ ਨੂੰ ਬਹੁਤ ਪਸੰਦ ਕਰਦੇ ਨੇ, ਉਹ ਅੱਗੇ ਲੱਗੋ। ਹੈਜਰੀ ਰੰਗ ਵਿਚਾਲੇ ਸੀ ਮੁਸਲਮਾਨ, ਉਹ ਵਿਚਾਲੇ ਲੱਗੋ। ਤੇ ਖੱਟਾ ਰੰਗ ਥੱਲੇ ਸੀ। ਉਸ ਵੇਲੇ ਮਹਾਤਮਾ ਗਾਂਧੀ ਨੇ ਤੇ ਮੋਤੀ ਲਾਲ ਨੇ ਕਹੀ ਇਹਦਾ ਕੀ ਝੰਡਾ ਤਾਂ ਕਾਹਨੂੰ ਕਰ ਦਿੰਦੇ ਆ, ਤੇ ਰੰਗ ਬਦਲ। ਇਹ ਹੱਸਣ ਵਾਲੀ ਗੱਲ ਨਹੀਂ, ਅਣਖ ਦੀ ਗੱਲ ਹੈ ਸਿੰਘੋ, ਹੱਸਣ ਵਾਲੀ ਇਕੱਲੀ ਗੱਲ ਨਹੀਂ, ਇਹ ਬੜੀ ਅਣਖ ਦੀ ਹੈ। ਤੇ ਉਹ ਝੰਡੇ ਦਾ ਰੰਗ ਜਿਹੜਾ ਕੇਸਰੀ ਸੀ ਉੱਪਰ ਕੀਤਾ, ਤੇ ਬਾਬਾ ਖੜਕ ਸਿੰਘ ਨੇ ਧੌਣ ਤੇ ਗੋਡਾ ਰੱਖਿਆ ਉੱਪਰ ਰੰਗ ਪੁਰਾ ਕੇ, ਤੇ ਸਿੱਖ ਵੱਖਰੀ ਕੌਮ ਕਿਵੇਂ ਨਹੀਂ? ਉਹਦਾ ਫਿਰ ਇਹ ਮੋਤੀ ਲਾਲ ਤੇ ਲੱਗ ਜਾਂਦੇ ਅੱਗੇ। ਇਸ ਵਾਸਤੇ ਵੀ ਸਿੱਖ ਸਰਦਾਰ ਬਹਾਦਰ ਜੀ ਵੱਖਰੀ ਕੌਮ ਹੈ ਨੀ। ਬਾਕੀ ਦੁਨੀਆ ਦੀ ਹਿਸਟਰੀ ਪੜ੍ਹ ਲਓ, ਦੁਨੀਆ ਦੇ ਵਿੱਚ ਐਸਾ ਮਨੁੱਖ ਤੁਹਾਨੂੰ ਕੋਈ ਨਹੀਂ ਮਿਲੇਗਾ ਜਿਹੜਾ 80 ਸਾਲ ਦੀ ਉਮਰ ਵਿੱਚ ਸਿਰ ਵੱਡੇ ਤੋਂ ਸੀਸ ਤਲੀ ਤੇ ਰੱਖ ਕੇ ਤੁਰਿਆ ਹੋਵੇ ਤੇ ਕੇਵਲ ਸਿੱਖ ਤੁਰਿਆ। ਇਸ ਵਾਸਤੇ ਵੱਖਰੀ ਕੌਮ ਹੈ ਜੀ। ਤੇ 7 ਸਾਲ ਦੀ ਉਮਰ ਵਿੱਚ ਕੰਧ 'ਚ ਖੜੋ ਕੇ ਕਿਸੇ ਕੌਮ ਦੇ ਕਿਸੇ ਬੱਚੇ ਨੇ ਅੱਜ ਤੱਕ ਕਿਸੇ ਬਹਾਦਰ ਨੇ ਨਹੀਂ ਕਿਹਾ ਕਿ ਮੇਰਾ ਸਿਰ ਜਾਣ ਦੋ ਤੇ ਜਾਣ ਦੋ, ਮੇਰਾ ਧਰਮ ਨਹੀਂ ਜਾਣਾ ਚਾਹੀਦਾ, ਸਿਰ ਜਾਵੇ ਤੇ ਜਾਵੇ, ਮੇਰਾ ਸਿੱਖੀ ਧਰਮ ਨਾ ਜਾਵੇ, ਹੈ ਜੀ।
ਇਹ ਕਹਿ ਸਕਦਾ, ਸਿੱਖ ਕਹਿ ਸਕਦਾ। ਖੋਪਰੀ ਲਵਾ ਕੇ ਬਾਈਦ ਨੂੰ ਬੈਠ ਕੇ ਜ਼ਾਲਮ ਨੂੰ ਜੁੱਤੀ ਦੇ ਅੱਗੇ ਲਾ ਕੇ ਤੋੜ ਸਕਦਾ, ਸਿੱਖ ਲਾ ਸਕਦਾ। ਦੁਨੀਆ ਦੇ ਕਿਸੇ ਕੌਮ ਦੇ ਕਿਸੇ ਮਨੁੱਖ ਨੇ ਲਾਇਆ ਤਾਂ ਦੱਸੋ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹੋਰ ਪੁੱਛ ਲੈ ਕੀ ਪੁੱਛ ਨਿਸ਼ਚੈਵਾਚਕ ਸਿੱਖ ਵੱਖਰੀ ਕੌਮ ਹੈ। ਇਹ ਤੇ ਕਿਉਂਕਿ ਪਹਿਲੀ ਤਾਂ ਗੱਲ ਹੈ, ਸਿੱਖ ਤੋਂ ਬਿਨਾਂ ਜੰਮਦਾ ਹੀ ਕੋਈ ਨਹੀਂ। ਇਹ ਸਾਰੇ ਗੁੱਲੀ ਛੱਲੀ ਰਾਮ ਹੋਣੀ ਤੇ ਮੁਹੰਮਦ ਅਲੀ ਹੋਣੀ ਸਾਰੇ ਕਿਸੇ ਦਾ ਰੱਖ ਲੈਣ, ਸਾਡਾ ਤਾਂ ਰੌਲਾ ਹੀ ਕੋਈ ਨਹੀਂ ਗਾ। ਹਮਲਾ ਹੋਇਆ ਸੀ, ਦੱਸੂਗਾ ਜੇ ਹੁਣ ਪੁੱਛਣੀ ਤਾਂ ਉਹਦੇ ਚਿੰਨ ਕਿ ਦੱਸੂਗਾ ਵੀ ਗੌਰਮੈਂਟ ਜਿਹੜੀ ਹੈ ਇਹ ਜਥੇ ਨੂੰ ਜਲੀਲ ਕਰਕੇ ਥੱਲੇ ਲਾਉਣਾ ਚਾਹੁੰਦੀ ਹੈ ਵੀ ਜਿੱਥੇ ਜੀਵਕਾਰ ਕੋਈ ਇਹਨਾਂ ਦੀ ਜਾਂਦੀ ਹੈ ਉਹਨਾਂ ਨੂੰ ਫੜ ਕੇ ਮਾਰਿਆ ਜਾਵੇ, ਸ਼ਹੀਦ ਕੀਤਾ ਜਾਵੇ, ਜ਼ਖਮੀ ਕੀਤਾ ਜਾਵੇ, ਦਹਿਸ਼ਤ ਬਿਠਾਈ ਜਾਵੇ। ਉਹ ਜਿੰਨਾ ਇਹਨਾਂ ਨੇ ਕਰਨਾ ਕਰਨ। ਕਿੰਨੇ ਕੁ ਸਿੰਘ ਸ਼ਹੀਦ ਹੋਏ ਨੇ? ਲਗਭਗ ਕੀ ਕਿਸੇ ਬਹੁਤ ਸਾਰੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੱਸ ਕੇ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ? ਕੀ ਕਿਸੇ ਨਿਰਪੱਖ ਕਮਿਸ਼ਨ ਅੱਗੇ ਇਹ ਝੂਠੇ ਪੁਲਿਸ ਮੁਕਾਬਲੇ ਸਾਬਤ ਕਰ ਸਕਦੇ ਹੋ? ਹਾਂ, ਬਿਠਾਓ ਕਮਿਸ਼ਨ ਕਰਾਂਗੇ। ਨਿਰਪੱਖ ਹੋਵੇ ਜਾਂ ਪੱਖ ਵਾਲਾ ਤਾਂ ਉਹਨਾਂ ਨੂੰ ਪਤਾ ਹੋਗਾ, ਅਸੀਂ ਤਾਂ ਸਬੂਤ ਦੇਣੇ ਆ। ਨਿਰਪੱਖ ਕਿਹੜਾ ਮੱਥੇ ਤੇ ਲਿਖਿਆ ਜੋ ਥਰਮੋਮੀਟਰ ਲਾ ਲੈਣਾ, ਇਹ ਜ਼ਮੀਰ ਨਾਲ ਹੀ ਨਿਰਪੱਖਤਾ ਹੈ। ਸੱਚ ਕਹਿਣ ਦੀ ਜ਼ਰੂਰਤ ਹੋਊਗੀ, ਨਿਰਪੱਖ ਹੋਊਗਾ। ਤੇ ਜੇ ਕਸ਼ਾਮ ਦੀ ਗੰਗਾ ਦੇ ਗੰਗਾ ਰਾਮ ਤੇ ਜਮਨ ਦੇ ਜਮਨ ਰਾਮ ਤੇ ਫਿਰ ਉੱਥੇ ਨਿਰਪੱਖਤਾ ਕਰਦੇ। ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਹੋ ਰਹੇ ਕਤਲਾਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਗਰੁੱਪ ਦੀ ਕਾਰਵਾਈ ਹੈ ਜਾਂ ਕੁਝ ਸਮਾਜ ਵਿਰੋਧੀ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਕਿਸੇ ਗਰੁੱਪ ਦੀ ਕਾਰਵਾਈ ਹੈ? ਨਹੀਂ, ਵਿਚਾਰਧਾਰਕ ਦਾ ਮਤਲਬ ਇਹ ਹੁੰਦਾ ਵੀ ਮਤਭੇਦ ਦਾ ਵਿਰੋਧ, ਵਿਚਾਰਕ ਵਿਰੋਧ ਕਰਕੇ, ਜਾਂ ਇਹਦੇ ਵਿੱਚ ਕੁਝ ਸਮਾਜ ਵਿਰੋਧੀ ਅੰਸਰਾਂ ਤੇ ਨਿੱਜੀ ਦੁਸ਼ਮਣੀਆਂ ਵੀ ਸ਼ਾਮਲ ਨੇ? ਨਿੱਜੀ ਦੁਸ਼ਮਣੀ ਕੋਈ ਸ਼ਾਮਲ ਨਹੀਂ। ਇਹ ਸਰਕਾਰ ਦੀ ਕੂਟਨੀਤੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਮੋਰਚੇ ਨੂੰ ਫੇਲ ਕਰਨ ਵਾਸਤੇ, ਤੇ ਸਰਕਾਰ ਦੇ ਸਾਜ਼ਿਸ਼ ਦੀ ਇੱਕ ਕੜੀ ਹੈ ਇਹ। ਜਦੋਂ ਮੋਰਚਾ ਖਤਮ ਹੋ ਗਿਆ ਤਾਂ ਕੀ ਤੁਸੀਂ ਮੁੜ ਪੁਰਾਣੀ ਪਰੰਪਰਾ ਅਨੁਸਾਰ ਹੀ ਆਪਣੀ ਪ੍ਰਚਾਰ ਮੁਹਿੰਮ ਤੇ ਗੁਰਮਤ ਦੀ ਪੜ੍ਹਾਈ ਵਿੱਚ ਲੱਗ ਜਾਓਗੇ, ਜਾਂ ਸਿੱਖ ਕੌਮ ਦੀ ਮੁਖੀ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਰਹੋਗੇ? ਇਹ ਪ੍ਰਸ਼ਨ ਤਾਂ ਬਣਦਾ ਜੇ ਪਹਿਲਾਂ ਅਸੀਂ ਬੰਦ ਕਰਕੇ ਬੈਠੇ ਹੋਈਏ। ਸਾਡਾ ਤਾਂ ਹੁਣ ਵੀ ਚੱਲੀ ਜਾਂਦਾ ਇਹ ਪ੍ਰਸ਼ਨ ਹੀ ਗਲਤ ਹੈ। ਬਹੁਤੇ ਲੋਕ ਇਹ ਅਨੁਭਵ ਕਰਦੇ ਨੇ। ਲੋਕਾਂ ਨੇ ਅਨੁਭਵ ਕਰਨਾ ਹੋਰ ਚੀਜ਼ ਹੈ। ਜਿਹੜਾ ਮੈਥੋਂ ਪੁੱਛਣਾ, ਮੇਰੀ ਰਾਏ ਹੈ ਵੀ ਸਾਡਾ ਕੰਮ ਹੁਣ ਵੀ ਚੱਲਦਾ, ਅਮਰ ਸੰਚਾਰ ਹੁੰਦਾ ਹੈ। ਸੰਗਰਾਂਦ ਤੇ ਮੈਂ ਜਾ ਕੇ ਗਿਣਤੀ ਕਰ ਲਈ ਕਿੰਨਿਆਂ ਨੇ ਛੱਕਿਆ, ਕਿੰਨੇ ਸੈਂਕੜਿਆਂ ਨੇ। ਬਾਕੀ ਸਾਡਾ ਕੰਮ ਜਦੋਂ ਤੱਕ ਸਵਾਸ ਹੈ ਨਾ, ਇਹ ਪ੍ਰਚਾਰ ਕਰਨਾ, ਕੁਰਸੇ ਸਾਹਮਣੇ ਨਹੀਂ। ਇਹ ਸਾਹਬ ਲੈਣ ਤੇ ਜਿਹੜੇ ਆਏ ਮੈਨੂੰ ਪਤਾ ਹੋਣਾ, ਮੈਨੂੰ ਪੁੱਛ ਨਹੀਂ ਕਿਉਂ ਵੀ ਦੱਸੋ। ਅੱਜ ਕੁਰਸੀਆਂ ਤੇ ਬਿਠਾਏ ਸੀ ਆਉਂਦੇ ਸਵੇਰੇ, ਜਾਂ ਕੋਈ ਕੁਰਸੀ ਕਰਸੀ ਲਾਈ ਹੋਏ ਤੈਨੂੰ ਪੁੱਛ। ਜੇ ਸ਼੍ਰੋਮਣੀ ਕਮੇਟੀ ਆਪਣਾ ਧਰਮ ਪ੍ਰਚਾਰ ਦਾ ਕਾਰਜ ਤੁਹਾਡੇ ਜਥੇ ਦੇ ਸਪੁਰਦ ਕਰ ਦੇਵੇ ਤਾਂ ਤੁਸੀਂ ਇਹ ਸਾਰਾ ਕਾਰਜ ਸੰਭਾਲਣ ਨੂੰ ਤਿਆਰ ਹੋ? ਮੇਰਾ ਕੰਮ ਤਾਂ ਪ੍ਰਚਾਰ ਕਰਨਾ, ਕਥਾ ਕੀਰਤਨ ਦਾ ਮੇਰਾ ਕੰਮ, ਹੋਰ ਕੋਈ ਨਹੀਂ। ਬਾਕੀ ਜੋ ਸੰਭਾਲਣਗੇ, ਜਿਹੋ ਜਿਹਾ ਸਮਾਂ ਹੋਗਾ ਉਦੋਂ ਉੱਤਰ ਦੇਵਾਂਗੇ। ਪਹਿਲਾਂ ਕਿਤੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਨ ਦਾ ਬੜਾ ਚਰਚਾ ਚੱਲਿਆ। ਜੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ
ਚੁਣਿਆ ਜਾਏ ਜਾਂ ਤੁਹਾਨੂੰ ਪੇਸ਼ਕਸ਼ ਕੀਤੀ ਜਾਏ ਤਾਂ ਕੀ ਤੁਸੀਂ ਉਹ ਸੇਵਾ ਨਿਭਾਉਣ ਨੂੰ ਤਿਆਰ ਹੋ? ਮੈਂ ਉਹ ਸੇਵਾ ਦੇ ਲਾਇਕ ਨਹੀਂ, ਨਿਭਾਉਣੀ ਜਿਹੜੀ ਉਹ ਗੁਰੂ ਦੇ ਵੱਸ, ਸੇਵਾ ਨਿਭਾਉਣੀ ਗੁਰੂ ਦੇ ਵੱਸ। ਮੈਂ ਆਪਣੇ ਆਪ ਨੂੰ ਸੇਵਾ ਦੇ ਲਾਇਕ ਨਹੀਂ ਸਮਝਦਾ ਜੀ। ਚੁਣਨਾ ਸੰਗਤ ਦੇ ਵਾਸਤੇ। ਪਰ ਇੱਕ ਮੈਂ ਵੀ ਪੁੱਛਣਾ ਇੱਥੇ, ਬੋਲਦਾ ਨਹੀਂ ਹੁਣ, ਕੋਈ ਨੇ ਸਵਾਲ ਪੁੱਛਿਆ ਕਿ ਨਿੱਕਾ ਜਿਹਾ ਮੈਨੂੰ ਪੁੱਛਣਾ ਨਹੀਂ, ਇਹਦੇ ਵਿੱਚ ਨਾਲ ਰਲਦਾ ਨਹੀਂ, ਘਰ ਦੀ ਗੱਲ ਹੀ ਹੈ ਕਿ ਜਿਹੜੀ ਪਹਿਲੀ ਚੋਣ ਜਥੇ ਦੀ ਹੋਈ ਹੈ ਉਹ ਸੰਵਿਧਾਨ ਮੁਤਾਬਕ ਹੋਈ ਹੈ। ਤੈਨੂੰ ਹੁਣ ਪੱਤਰਕਾਰ ਨੇ ਨਾ ਬਣਾ ਕੇ ਪੁੱਛਿਆ, ਹੁਣ ਮੈਂ ਪੱਤਰਕਾਰ ਹਾਂ ਇਸ ਪ੍ਰਸ਼ਨ ਵਿੱਚ। ਪ੍ਰਸ਼ਨ ਵਿੱਚ ਮੈਂ ਪੱਤਰਕਾਰ। ਹੁਣ ਸੰਵਿਧਾਨ ਇਹ ਹੈ, ਜਦੋਂ ਅਕਾਲ ਤਖਤ ਦੇ ਜਥੇਦਾਰ ਦੇ ਬਹਿ ਗੁਰਮੁਖ ਇੱਥੇ ਬਹਿ ਜਾਣ ਦਾ ਬਜ਼ੁਰਗ ਥੋੜਾ ਪਿੱਛੇ, ਜਦੋਂ ਜਥੇਦਾਰ ਦੀ ਚੋਣ ਕਰਨੀ ਹੋਵੇ, ਜੋ ਮੈਂ ਸੁਣਿਆ, ਪੜ੍ਹਿਆ ਨਹੀਂ ਸੁਣਿਆ, ਜਥੇਦਾਰ ਦੀ ਚੋਣ ਦਾ ਸਾਧਨ ਇਹ ਹੈ, 5 ਤਖਤਾਂ ਦੇ ਜਥੇਦਾਰ, ਭਾਵ ਜਿਹੜਾ ਚੋਣਾਂ ਉਹਨਾਂ ਨੂੰ ਛੱਡ ਕੇ 4 ਰਹਿ ਜਾਂਦੇ, ਬਾਕੀ 14 ਤਖਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ, ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਸਿੱਖ ਸਭਾਵਾਂ, ਇਹਨਾਂ ਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਂਦਾ ਤੇ ਸੰਗਤ ਦੀ ਇਕੱਤਰਤਾ ਕਰਕੇ ਰਾਏ ਲਈ ਜਾਂਦੀ ਹੈ। ਉਹ ਰਾਏ ਲੈ ਕੇ ਤੇ ਫਿਰ ਉਹ ਵਰਕਿੰਗ ਕਮੇਟੀ ਵਿੱਚ ਮਤਾ ਹੁੰਦਾ, ਫਿਰ ਐਗਜ਼ੈਕਟਿਵ ਦੇ ਵਿੱਚ ਆਉਂਦਾ, ਉੱਥੋਂ ਪਾਸ ਕਰਕੇ ਤੇ ਫਿਰ ਉਹ ਜਕਾਰਾ ਛੱਡਿਆ ਜਾਂਦਾ। ਹਾਂਜੀ, ਇਹ ਪਿਛਲੇ 30 ਸਾਲਾਂ ਤੋਂ ਤੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਮੈਨੂੰ ਇੱਕ ਮਿੰਟ ਜੀ, ਮੈਨੂੰ ਪਤਾ, ਮੈਂ ਤਾਂ ਇਹਨਾਂ ਨੂੰ ਕਿਹਾ, ਮੈਨੂੰ ਥੋੜੀ ਜਾਣਕਾਰੀ ਹੈ। ਸਾਡੇ ਕੋਲ ਬਹੁਤ ਪੁਰਾਣੇ ਬੈਠੇ ਆ, ਇਦੋਂ ਵੀ ਪੁਰਾਣੇ ਹੈਗੇ। ਬਾਬਾ ਖੜਕ ਸਿੰਘ ਵੇਲੇ ਦਾ ਇੱਕ ਬਜ਼ੁਰਗ ਹੈਗਾ, ਉਹਨੇ ਇੱਕ ਪ੍ਰਸ਼ਨ ਵੀ ਕੀਤਾ ਸੀ, ਕਿਸੇ ਕੋਲ ਜਵਾਬ ਨਹੀਂ ਗਾ, ਸਾਰੇ ਲੱਤਾਂ ਜਿਹੀਆਂ ਰਾਈ ਜਾਂਦੇ ਤੇ ਜਵਾਬ ਕਿਸੇ ਕੋਲੇ ਨਹੀਂ। ਹੁਣ ਇਹ ਜਿਹੜੀ ਚੋਣ ਹੋਈ ਹੈ, ਐਗਜ਼ੈਕਟਿਵ ਦੇ 15 ਮੈਂਬਰ ਹੈ, 6 ਹਾਜ਼ਰ ਸੀ, 9 ਗੈਰ ਹਾਜ਼ਰ। ਤੇ ਹੁਣ ਤੂੰ ਜਥੇਦਾਰ ਨੂੰ ਜਾ ਕੇ ਪੁੱਛੀ ਤੇ ਸੰਤਾਂ ਨੇ ਵੀ ਕੀ ਇਸ ਸੰਵਿਧਾਨ ਮੁਤਾਬਕ ਕੋਈ ਹੈ ਜਾਂ ਗੈਰ ਸੰਵਿਧਾਨਕ? ਮੈਨੂੰ ਤਾਂ ਜਦੋਂ ਤੂੰ ਬਣਾਵੇਂ ਕਰੋ ਵੇਖੀ ਜੋ ਸੋਚਾਂਗੇ, ਜਾਣਾ ਨਹੀਂ। ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ਸਮਝੌਤੇ ਦੀ ਗੱਲਬਾਤ ਲਈ ਦਿੱਲੀ ਬੁਲਾਏ ਤਾਂ ਜਾਣ ਨੂੰ ਤਿਆਰ ਹੋ ਸਕਦੇ ਹੋ? ਜੇ ਤੁਹਾਡੇ ਨਾਲ ਗੱਲਬਾਤ ਰਾਹੀਂ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਹੋਵੇ ਤਾਂ ਤੁਸੀਂ ਸਹਿਯੋਗ ਦਿਓਗੇ? ਜੇ ਗੱਲਬਾਤ ਰਾਹੀਂ ਮੇਰੇ ਦੁਆਰਾ ਮਸਲਾ ਹੱਲ ਹੋ ਸਕਦਾ ਹੋਵੇ, ਮੈਂ ਪੂਰਾ ਸਹਿਯੋਗ ਦੇਵਾਂਗਾ, ਪਰ ਦਿੱਲੀ ਜਾ ਕੇ ਨਹੀਂ, ਨਾਨਕ ਨਿਵਾਸ ਰਹਿ ਕੇ। ਜਿਹਨੇ ਆਉਣਾ ਇੱਥੇ ਆ ਜੀ, ਮੈਂ ਤਾਂ ਜਾਣਾ ਨਹੀਂ। ਕਿਉਂਕਿ ਜੇ ਸਾਡੇ ਲੀਡਰਾਂ ਦੇ 13 ਜਾਣ ਤੋਂ ਵੀ ਉਹਨਾਂ ਨੂੰ ਯਕੀਨ ਨਹੀਂ, ਤੇ ਮੇਰੇ ਜਾਣ ਤੋਂ ਯਕੀਨ ਕਿਵੇਂ ਆਜੂ? ਤੇ ਨਾ ਮੈਂ ਜਾਣਾ, ਭਾਵੇਂ ਯਕੀਨ ਕਰ ਹੀ ਲੈਣਾ, ਇੱਥੇ ਆ ਜੇ। ਜੇ ਸ਼ੇਖ ਅਬਦੁੱਲੇ ਕੋਲ 2 ਵਾਰ ਜਾਵੜ ਸਕਦੀ, ਪਿੱਛੇ ਮਹਿੰਗੀ ਲੱਗੀ ਹੈ, ਉਹਦਾ ਬਿਮਾਰ ਦਾ ਪਤਾ ਲੈਣ ਗਈ ਕਿ ਨਹੀਂ 2 ਵਾਰ? ਆਹੋ, ਤੇ ਜੇ ਤੁਹਾਡੇ ਹੁਣ ਦਿੱਲੀ ਵਾਲਾ ਚੜਕ ਹੋਵੇ ਤੇ ਭੇਜੋ ਨਾ ਉਹਨੂੰ ਇੱਥੇ। ਹਾਂ, ਉਹਨੂੰ ਇੱਥੇ ਭੇਜਦਾ ਫਿਰ ਕਹਿੰਦੇ ਫਿਰ ਨਹੀਂ, ਇੱਥੇ ਆਪਾਂ ਜਿਹੜਾ ਮਾਰਨਾ ਉਹਨੂੰ, ਆਪਾਂ ਜਿਹੜਾ ਮਾਰਨਾ ਉਹਨੂੰ, ਗੱਲਬਾਤ ਕਰਨੀ ਹੈ। ਸਿੱਖ ਲੀਡਰਸ਼ਿਪ ਦੇ ਵਰਤਮਾਨ ਏਕੇ ਤੋਂ ਸੰਤੁਸ਼ਟ ਹੋ? ਇਸ ਏਕਤਾ ਵਿੱਚ ਹੋਰ ਵਾਧੇ ਲਈ ਤੁਹਾਡੇ ਪਾਸ ਕੀ ਸੁਝਾਅ ਨੇ? ਪ੍ਰਚਾਰ ਹੀ, ਸਾਖੀਆਂ ਸੁਣਾਉਣੀਆਂ ਇਤਿਹਾਸ ਦੀਆਂ। ਜੇ ਨਾ ਆਖੇ ਲੱਗਣ ਤਾਂ ਸੰਗਤ ਦਾ ਇਕੱਠ ਕਰਕੇ ਸੰਗਤ ਵਿੱਚ ਸਾਰਿਆਂ ਦੀਆਂ ਗੱਲਾਂ ਦੱਸਣੀਆਂ ਕਿ ਆਹ ਕਰਦਾ, ਤੇ ਦ੍ਰਿੜਤਾ ਸਹਿਤ ਗੱਲ ਕਹਿ ਦੇਣੀ। ਪਹਿਲਾ ਪ੍ਰਸ਼ਨ ਦਾ ਪੋਸਚਨ ਇਹ ਹੈ ਕਿ ਕੀ ਤੁਸੀਂ ਏਕਤਾ ਤੋਂ ਸੰਤੁਸ਼ਟ ਹੋ? ਉਹ ਮੋਰਚੇ ਤੱਕ ਤਾਂ ਹਾਂ ਹੀ ਨਾ, ਫਿਰ ਵੇਖੀ ਜਾਓ। ਕਿਉਂ ਬਈ? ਜਦੋਂ ਤੱਕ ਹੈਗੀ ਆ ਉਦੋਂ ਤੱਕ ਤਾਂ ਸੰਤੁਸ਼ਟ ਹੀ ਹੈ। ਇਹ ਤਾਂ ਚੁੱਪ ਹੋ ਜਾਂਦਾ ਨੇ, ਬਾਹਰ ਲਿਆਉਂਦੇ ਟੇਪ ਰੱਖੀ ਹੁੰਦੀ, ਨਾਲ ਦੀ ਨਾਲ ਚੁਣੀ ਜਾਂਦਾ ਕੰਮ। ਹਾਂ ਬਾਜੀ, ਹੁਣ ਮੈਂ ਪੁੱਛਣ ਜਾਣ ਲੱਗੀ,
ਕੀ ਤੁਸੀਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਹਾਂਜੀ ਤੇ ਸਿੱਖ ਦੁਖੀ ਹਿਰਦੇ ਨੂੰ ਸ਼ਾਂਤੀ ਦੇਣ ਵਾਸਤੇ ਇੰਦਰਾ ਗਾਂਧੀ ਨੂੰ ਪ੍ਰੇਰਿਤ ਕੇ ਇੱਥੇ ਅੰਮ੍ਰਿਤਸਰ ਭੇਜੋਗੇ? ਕਿ ਪਹਿਲਾਂ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਉਹਨੂੰ ਉਹ ਸਾਡੀ ਪ੍ਰੇਰਨਾ ਮੰਨ ਲੈ? ਖੈਰ ਮੈਂ ਸਮਝਦਾ ਗਾਂ ਚੱਲ ਉਹ ਤੂੰ ਠਹਿਰ ਦੇ 1 ਮਿੰਟ ਫਿਕਰ ਨਾ ਕਰ ਮੈਂ ਸਮਝਦਾ ਤੂੰ ਕਰਵਾਏਗਾ ਤੇ ਚੱਲ ਨਹੀਂ ਇਸ ਪਾਸੇ ਨੇ ਦੂਜੇ ਪਾਸੇ ਕੰਨ ਫੜਾ ਲੈਂਦੇ ਆ ਜੇ ਤੁਹਾਡੀ ਹਿੰਮਤ ਨਹੀਂ ਕਿ ਤੁਸੀਂ ਦਿੱਲੀ ਦੀ ਜਿਤਨੀ ਸੰਗਤ ਸਿੱਖ ਹੋ ਉਹ ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਗ੍ਰਿਫਤਾਰੀ ਦੇਵੋਗੇ? ਇਹ ਹੁਣ ਉਹਨੂੰ ਤਾਂ ਨਹੀਂ ਮਨਾ ਸਕਦੇ ਤੁਸੀਂ ਆਪਸ ਵਿੱਚ ਤਾਂ ਮੰਨੋ ਨਾ। ਨਹੀਂ, ਦਿੱਲੀ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰ ਸਕਣਾ ਇਹ ਕੋਈ ਜਥੇਬੰਦੀ ਦਾ ਪ੍ਰਧਾਨ ਪਾਰਟੀ ਸਹੀ ਕਾਂਗਰਸੀ ਛੱਡ ਲਾ ਅਕਾਲੀ ਪਾਰਟੀ ਦੀ ਗੱਲ ਕਰ ਰਿਹਾ, ਇਹ ਜਥੇਬੰਦੀ ਦਾ ਕੋਈ ਪ੍ਰਧਾਨ ਕਹਿ ਸਕਦਾ, ਇੱਕ ਸਧਾਰਨ ਵਰਕਰ ਨਹੀਂ